ਦੋਸਤੋ, ਉਤਰਾ ਅਤੇ ਚੜਾ ਜ਼ਿੰਦਗੀ ਦੀ ਕਵਾਇਦ ਹੈ। ਸੁੱਖ ਦੁੱਖ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ। ਇਸ ਬ੍ਰਹਿਮੰਡ ਦੇ ਵਿੱਚ ਕੁਝ ਵੀ ਸਥਾਈ ਨਹੀਂ ਹੈ। ਪਰਿਵਰਤਨ ਸੰਸਾਰ ਦਾ ਨਿਯਮ ਹੈ। ਦਿਨ ਚੜ੍ਹਿਆ ਹੈ, ਰਾਤ ਹੋਵੇਗੀ। ਰਾਤ ਹੋਈ ਹੈ ਤਾਂ ਦਿਨ ਜ਼ਰੂਰ ਚੜ੍ਹੇਗਾ। ਫਿਰ ਉਦਾਸੀ ਕਿਉਂ, ਨਿਰਾਸ਼ਾ ਦਾ ਆਲਮ क्यों? एक शायर ने कहा है, मत उदास हो तू रात के अंधेरों से, हर रात की आगोश में सूरज जैसा रत्न है। आओ जिंदगी नू जिंदगी दे परपेख विच लईए, संदर्भ विच लईए, एक उत्साहत हुलास भरिया ਅਤੇ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰੀਏ। ਧੰਨਵਾਦ ਦੋਸਤੋ, ਅੱਜ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇ ਉੱਤੇ ਮੈਂ ਤੁਹਾਡੇ ਨਾਲ ਚਰਚਾ ਕਰਨ ਜਾ ਰਿਹਾ ਹਾਂ। ਸ਼ੁਰੂਆਤ ਕਰਦੇ ਹਾਂ। ਇਸ ਸੁੱਖ ਸੁਵਿਧਾਵਾਂ ਨਾਲ ਭਰਪੂਰ ਸੰਸਾਰ ਦੇ ਵਿੱਚ ਜਿੱਥੇ ਵਿਗਿਆਨ ਨੇ ਸਾਡੇ ਬਹੁਤ ਹੀ ਰਾਹ ਸੌਖੇ ਬਣਾ ਦਿੱਤੇ ਹਨ, ਸਾਡੀਆਂ ਭੌਤਿਕ ਜ਼ਰੂਰਤਾਂ ਨੂੰ ਪੂਰਾ ਕੀਤਾ ਹੈ, ਇਹਦੇ ਬਾਵਜੂਦ ਦੁੱਖ ਕਿਉਂ? ਅਸੀਂ ਵੇਖਦੇ ਹਾਂ ਜਿਨ੍ਹਾਂ ਨੂੰ ਅਸੀਂ ਡਿਵੈਲਪ ਕੰਟਰੀਜ਼ ਕਹਿੰਦੇ ਹਾਂ, ਉਹਨਾਂ ਦੇਸ਼ਾਂ ਦੇ ਵਿੱਚ ਰਹਿਣ ਵਾਲੇ ਬਸ਼ਿੰਦੇ ਕਈ ਕਿਸਮ ਦੀਆਂ ਮਨੋਵਿਗਿਆਨਕ ਬਿਮਾਰੀਆਂ ਦੇ ਸ਼ਿਕਾਰ ਹਨ। ਡਾਟਾ ਕੱਢ ਲਿਆ ਜਾਵੇ, ਤੁਸੀਂ ਵੇਖੋਗੇ ਕਿ ਉਹਨਾਂ ਦੇਸ਼ਾਂ ਦੇ ਵਿੱਚ ਡਿਪਰੈਸ਼ਨ ਦੇ ਕੇਸਿਸ ਕਿੰਨੇ ਹਨ। ਇੱਕ ਅਜੀਬ ਸਵਾਲ ਮਨ ਦੇ ਵਿੱਚ ਆਉਂਦਾ ਹੈ ਕਿ ਇੰਨੀਆਂ ਭੌਤਿਕ ਸੁੱਖ ਸੁਵਿਧਾਵਾਂ ਦੇ ਬਾਵਜੂਦ ਵਿਅਕਤੀ ਦੁਖੀ ਕਿਉਂ? ਦੁੱਖ ਦਾ ਕਾਰਨ ਕੀ ਹੈ? ਦੋਸਤੋ, ਆਓ ਅੱਜ ਕੁਝ ਸਵੈ ਪੜਚੋਲ ਕਰਦੇ ਹਾਂ, ਆਤਮ ਮੰਥਨ ਕਰਦੇ ਹਾਂ ਆਪਣੇ ਦੁੱਖਾਂ ਦੇ ਕਾਰਨਾਂ ਨੂੰ ਲੱਭਣ ਵਾਸਤੇ। ਬਹੁਤੇ ਦੁੱਖ ਸਾਡੇ ਸਰੀਰਕ ਨਾ ਹੋ ਕੇ ਮਨੋਵਿਗਿਆਨਕ ਦੁੱਖ ਹਨ ਕਿ ਕਈ ਵਾਰੀ ਜੋ ਅਸੀਂ ਸਰੀਰਕ ਦੁੱਖਾਂ ਦੇ ਨਾਲ ਜੂਝ ਰਹੇ ਹੁੰਦੇ ਹਾਂ, ਸਰੀਰਕ ਦੁੱਖਾਂ ਦੇ ਨਾਲ ਲੜ ਰਹੇ ਹੁੰਦੇ ਹਾਂ, ਇਹਨਾਂ ਦੀ ਰੂਟ ਵੀ ਮਨੋਵਿਗਿਆਨਕ ਹੁੰਦੀ ਹੈ। ਇਹਨਾਂ ਦੁੱਖਾਂ ਦਾ ਕਾਰਨ ਵੀ ਮਨੋਵਿਗਿਆਨਕ ਹੁੰਦਾ ਹੈ। ਆਓ ਦੋਸਤੋ, ਇੱਕ ਮੁਲਾਂਕਣ ਕਰੀਏ, ਇੱਕ ਪੜਚੋਲ ਕਰੀਏ। ਅਸੀਂ ਦੁਖੀ ਇਸ ਕਰਕੇ ਨਹੀਂ ਕਿ ਸਾਨੂੰ ਦੁੱਖ ਹੈ, ਅਸੀਂ ਦੁਖੀ ਇਸ ਕਰਕੇ ਵੀ ਹੁੰਦੇ ਹਾਂ ਕਿ ਸਾਡੇ ਸਕੇ ਸੰਬੰਧੀ, ਸਾਡੇ ਸੱਜਣ ਮਿੱਤਰ ਸੁਖੀ ਕਿਉਂ ਹਨ। ਜਦੋਂ ਕੋਈ ਆਪਣਾ ਤਰੱਕੀ ਕਰਦਾ, ਅਸੀਂ ਮੂੰਹੋਂ ਤਾਂ ਉਹਨੂੰ ਮੁਬਾਰਕਬਾਦ ਦੇਣ ਜਾਂਦੇ ਹਾਂ। ਕਦੇ ਸੋਚਿਆ ਕਿ ਇਹ ਮੁਬਾਰਕਬਾਦ ਕੇਵਲ ਸਾਡੇ ਸ਼ਬਦ ਸੀ ਜਾਂ ਇਹ ਦਿਲ ਚੋਂ ਆਈ ਸੀ? ਇੱਕ ਵਿਅਕਤੀ ਦੁਖੀ ਹੈ, ਮੇਰੇ ਕੋਲ ਆਹ ਹੋਣਾ ਚਾਹੀਦਾ, ਆਹ ਹੋਣਾ ਚਾਹੀਦਾ ਜਾਂ ਉਹ ਹੋਣਾ ਚਾਹੀਦਾ। ਇਸ ਦੇ ਉਲਟ ਜਿਨ੍ਹਾਂ ਕੋਲ ਇਹ ਸਭ ਕੁਝ ਹੈ ਉਹ ਵੀ ਦੁਖੀ ਹਨ, ਇੱਕ ਡਰ ਦੇ ਨਾਲ ਕਿ ਜੋ ਸਾਡੇ ਕੋਲ ਹੈ ਕਿਤੇ ਸਾਡੇ ਕੋਲੋਂ ਚਲਿਆ ਨਾ ਜਾਵੇ। ਇੱਕ ਕਲਾਸ ਦੇ ਵਿੱਚ 2 ਕੰਪੀਟੀਟਰ, 3 ਕੰਪੀਟੀਟਰ, 4 ਕੰਪੀਟੀਟਰ ਬੱਚੇ, ਉਹ ਵੀ ਦੁਖੀ। ਇਹ ਨਹੀਂ ਕਿ ਮੇਰੀ ਪਰਸੈਂਟੇਜ ਕਿੰਨੀ ਹੈ, ਮੈਂ ਕੀ ਸਕੋਰ ਕੀਤਾ ਹੈ, ਇਸ ਕਰਕੇ ਦੁਖੀ ਹੈ ਕਿ ਮੇਰੇ ਕੰਪੀਟੀਟਰ ਨੇ ਮੇਰੇ ਤੋਂ 1% ਜਾਂ 0.1% ਵੀ ਵਾਧਾ ਕਿਉਂ ਲੈ ਲਿਆ। ਅਸੀਂ ਬ੍ਰਾਂਡਡ ਕੱਪੜੇ ਪਾਉਣੇ ਹਾਂ, ਪਰਫਿਊਮ ਲਗਾਉਣੇ ਹਾਂ, ਅੱਛੀਆਂ ਗੱਡੀਆਂ ਲੈਣੇ ਹਾਂ, ਚੰਗੇ ਘਰਾਂ ਵਿੱਚ ਰਹਿਣਾ ਪਸੰਦ ਕਰਦੇ ਹਾਂ, ਪਰ ਇਹ ਸਭ ਕੁਝ ਹੋਣ ਦੇ ਬਾਵਜੂਦ ਜੇ ਸਾਡੇ ਸਕੇ ਸੰਬੰਧੀ, ਸੱਜਣ ਮਿੱਤਰ ਸਾਡੀ ਵਾਹ-ਵਾਹ ਨਾ ਕਰਨ, ਯਕੀਨ ਮੰਨਿਓ ਬਹੁਤ ਵੱਡਾ ਦੁੱਖ ਲੱਗਦਾ ਹੈ ਨਾ? ਬਹੁਤ ਅਜੀਬ ਦੁੱਖ। ਦੋਸਤੋ, ਮੈਂ ਇੱਥੇ ਇੱਕ ਗੱਲ ਜ਼ਰੂਰ ਕਹਿ ਕੇ ਜਾਵਾਂਗਾ ਕਿ ਅਸੀਂ ਕਦੇ ਵੀ ਆਪਣੇ ਵਰਤਮਾਨ ਵਿੱਚ ਨਹੀਂ ਜੀਉਂਦੇ। ਬਹੁਤ ਵਾਰੀ ਅਸੀਂ ਆਪਣੇ ਅਤੀਤ ਦੀ ਜ਼ਿੰਦਗੀ ਜਿਉ ਰਹੇ ਹੁੰਦੇ ਹਾਂ ਅਤੇ ਬਹੁਤੇ ਵਾਰੀ ਅਸੀਂ ਭਵਿੱਖ ਦਾ ਸਫ਼ਰ ਕਰ ਰਹੇ ਹੁੰਦੇ ਹਾਂ। ਜੋ ਚਲਾ ਗਿਆ ਹੈ, ਮੈਂ ਕਿਹਾ ਕਰਦਾ, ਉਹ ਵਾਪਸ ਨਹੀਂ ਆਉਣਾ। ਤੇ ਜੋ ਅਜੇ ਭਵਿੱਖ ਦੇ ਵਿੱਚ ਹੈ ਉਹਦੇ ਬਾਰੇ ਸੋਚਣਾ ਤੱਥਾਂ ਤੋਂ ਹੀਣੀ ਗੱਲ ਹੈ।
ਸਰੀਰਕ ਤੌਰ ਦੇ ਉੱਤੇ ਅਸੀਂ ਆਪਣੀ ਉਮਰ ਭੋਗ ਰਹੇ ਹਾਂ, ਮਾਨਸਿਕ ਤੌਰ ਦੇ ਉੱਤੇ ਅਸੀਂ ਕਿਸੇ ਦੂਸਰੇ ਦੀ ਜ਼ਿੰਦਗੀ ਜੀਉ ਰਹੇ ਹਾਂ। ਇਹ ਦੋਨਾਂ ਦੇ ਵਿੱਚ ਜੋ ਰਿਫਟ ਹੈ, ਇਹ ਦੋਨਾਂ ਦੇ ਵਿੱਚ ਜੋ ਪਾੜਾ ਹੈ, ਇਹ ਬਹੁਤ ਵੱਡੇ ਦੁੱਖ ਦਾ ਕਾਰਨ ਹੈ। ਆਓ ਕੁਝ ਰਸਾਂ ਦੀ ਗੱਲ ਵੀ ਕਰ ਲਈਏ, ਜਿਹੜੇ ਰਸਾਂ ਦੇ ਵਿੱਚੋਂ ਸਾਨੂੰ ਛਿਨ ਭੰਗਰ ਸੁੱਖ ਮਿਲਦਾ ਹੈ। ਬੜੀਆਂ ਬੇਬਾਕ ਗੱਲਾਂ ਕਰਾਂਗਾ, ਮੈਂ ਉਮੀਦ ਕਰਦਾ ਕਿ ਤੁਸੀਂ ਸੁਣੋਗੇ, ਇਹਦਾ ਬੁਰਾ ਨਹੀਂ ਮਨਾਓਗੇ। ਬੜੀ ਅਜੀਬ ਗੱਲ ਕਹਿ ਰਿਹਾ ਹਾਂ। ਬਹੁਤੇ ਲੋਕ ਇਸ ਚੀਜ਼ ਤੋਂ ਰਸ ਲੈਂਦੇ ਹਨ ਸਮਾਜ ਵਿਚਲੇ ਕਿ ਕੋਈ ਦੁਖੀ ਬੈਠਾ ਹੈ, ਕਿਸੇ ਨੂੰ ਨੀਵਾਂ ਦਿਖਾਉਣ ਦੇ ਵਿੱਚ ਰਸ, ਕਿਸੇ ਦੀ ਚੁਗਲੀ ਕਰਨ ਦੇ ਵਿੱਚ ਰਸ, ਕਿਸੇ ਦੀ ਚੁਗਲੀ ਨੂੰ ਸੁਣਨ ਦੇ ਵਿੱਚ ਰਸ। ਇਹ ਬੜੇ ਹੀ ਤੁਕਹੀਣੇ ਸਾਡੇ ਛੋਟੇ ਛੋਟੇ ਰਸ ਆ, ਜਿਹੜੇ ਸਾਨੂੰ ਇੰਜ ਪ੍ਰਤੀਤ ਹੁੰਦੇ ਹਨ ਕਿ ਜਿਵੇਂ ਸਾਨੂੰ ਸੁੱਖ ਮਿਲ ਰਿਹਾ ਹੋਵੇ। ਮਨ ਚਾਹੇ ਸਾਥੀ ਦਾ ਜ਼ਿੰਦਗੀ ਦੇ ਵਿੱਚ ਆ ਜਾਣਾ, ਸੁੱਖ, ਚੰਗੇ ਆਲੀਸ਼ਾਨ ਘਰ ਦਾ ਬਣ ਜਾਣਾ, ਚੰਗੀਆਂ ਗੱਡੀਆਂ ਬਣ ਜਾਣੀਆਂ, ਸਾਡੇ ਸੁੱਖਾਂ ਦੇ ਸਰੋਤ ਹਨ, ਅਖੌਤੀ ਸੁੱਖਾਂ ਦੇ ਸਰੋਤ ਹਨ। ਚੰਗਾ ਪਦ ਮਿਲ ਜਾਣਾ, ਚੰਗੀ ਪ੍ਰਤਿਸ਼ਠਾ ਮਿਲ ਜਾਣੀ, ਇਹ ਸਾਡੇ ਸੁੱਖਾਂ ਦੇ ਸਰੋਤ ਹਨ। ਉਦਾਹਰਨ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ। ਕੁਰੂਕਸ਼ੇਤਰ ਦੇ ਮੈਦਾਨ ਦੇ ਵਿੱਚ ਕੌਰਵ ਯੁੱਧ ਹਾਰ ਗਏ ਔਰ ਪਾਂਡਵ ਯੁੱਧ ਜਿੱਤ ਗਏ। ਯੁੱਧ ਹੋਇਆ ਸੀ ਸਾਮਰਾਜ ਦੀ ਪ੍ਰਾਪਤੀ ਵਾਸਤੇ। ਇਹ ਲੜਾਈ ਪ੍ਰਤਿਸ਼ਠਾ ਦੀ ਸੀ। ਉਸ ਜਿੱਤੇ ਹੋਏ ਸਾਮਰਾਜ ਉੱਤੇ ਰਾਜ ਕਰਨ ਦੀ ਬਜਾਏ ਪਾਂਡਵ ਸੰਨਿਆਸੀ ਹੋ ਗਏ। ਕਾਰਨ, ਕਿਉਂਕਿ ਜੋ ਉਹਨਾਂ ਨੇ ਜਿੱਤ ਜਿੱਤੀ ਸੀ, ਉਹਨੂੰ ਵਿਖਾਉਣ ਵਾਸਤੇ ਵੀ ਕੁਝ ਆਪਣਿਆਂ ਦੀ ਜ਼ਰੂਰਤ ਸੀ, ਅਤੇ ਬਦਕਿਸਮਤੀ ਦੇ ਨਾਲ ਜੋ ਆਪਣੇ ਸਾਖ ਸੰਬੰਧੀ ਸੀ, ਉਹ ਯੁੱਧ ਵਿੱਚ ਪਾਂਡਵਾਂ ਦੇ ਹੱਥੋਂ ਮਾਰੇ ਗਏ ਸੀਗੇ। ਇੱਕ ਬਹੁਤ ਹੀ ਮਨੋਵਿਗਿਆਨਕ ਪੱਖ ਹੋਵੇਗਾ ਉਹਨਾਂ ਦੇ ਸੰਨਿਆਸ ਦਾ। ਸਾਡੇ ਸੁੱਖਾਂ ਦੇ ਸਰੋਤ ਬਾਹਰੀ, ਸਾਨੂੰ ਆਹ ਮਿਲ ਜਾਵੇ, ਆਹ ਮਿਲ ਜਾਵੇ, ਆਹ ਮਿਲ ਜਾਵੇ, ਆਹ ਮਿਲ ਜਾਵੇ, ਪਦ ਮਿਲ ਜਾਵੇ, ਪ੍ਰਤਿਸ਼ਠਾ ਮਿਲ ਜਾਵੇ, ਧਨ ਮਿਲ ਜਾਵੇ, ਦੌਲਤ ਮਿਲ ਜਾਵੇ, ਅੱਛੇ ਬੱਚੇ ਹੋਣ, ਚੰਗਾ ਪਰਿਵਾਰ ਹੋਵੇ, ਇਹ ਸਭ ਕੁਝ ਵੀ ਮਿਲ ਜਾਵੇ। ਤੇ ਪੜਚੋਲ ਕਰਿਓ ਕਿ ਸਾਡਾ ਮਨ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਠਹਿਰਦਾ। ਮੈਨੂੰ ਇੱਕ ਸਮਾਜਿਕ ਉਦਾਹਰਨ ਲੈ ਲੈਣ ਦਿਓ। ਇੱਕ ਪਤੀ ਔਰ ਪਤਨੀ, ਖਾਸ ਕਰਕੇ ਮੈਂ ਉਹਨਾਂ ਕਪਲ ਦੀ ਗੱਲ ਕਰਦਾ ਹਾਂ ਜਿਨ੍ਹਾਂ ਦੀ ਮੈਰਿਜ ਲਵ ਮੈਰਿਜ ਹੈ। ਮੈਰਿਜ ਤੋਂ ਪਹਿਲਾਂ ਕਪਲ ਦੇ ਵਿੱਚ ਜੋ ਪ੍ਰੇਮ, ਪਿਆਰ ਔਰ ਸਨੇਹ ਹੁੰਦਾ ਹੈ, ਉਹ ਮੈਰਿਜ ਹੁੰਦਿਆਂ ਹੀ ਬਦਲ ਜਾਂਦਾ ਹੈ। ਕੀ ਕਾਰਨ? ਬਹੁਤ ਹੀ ਮਨੋਵਿਗਿਆਨਕ ਕਾਰਨ। ਮਨੁੱਖ ਨੂੰ ਜੋ ਮਿਲ ਜਾਂਦਾ ਹੈ, ਮਨੁੱਖ ਦੀ ਉਹਦੇ ਨਾਲ ਸੰਤੁਸ਼ਟੀ ਖਤਮ ਹੋ ਜਾਂਦੀ ਹੈ। ਆਪਣੇ ਪਾਰਟਨਰ ਨੂੰ ਗਰੰਟਡ ਲੈ ਜਾਣਾ ਕਿ ਇਹ ਤੇ ਮੈਨੂੰ ਹੁਣ ਮਿਲ ਹੀ ਗਿਆ। ਮਨੁੱਖ ਦਾ ਮਨੋਵਿਗਿਆਨਕ ਪੱਖ ਹੈ, ਚੰਗੇ ਘਰ ਮਕਾਨ ਨੂੰ ਬਣਾਉਣ ਵਾਸਤੇ ਅਸੀਂ ਭੱਜਦੇ ਦੌੜਦੇ ਹਾਂ, ਕੁਝ ਮਿਲ ਗਿਆ, ਸਾਡੀ ਉਹਦੇ ਸੰਬੰਧ ਦੇ ਵਿੱਚ ਉਤਸੁਕਤਾ ਖਤਮ ਹੋ ਜਾਂਦੀ ਹੈ। ਇਹ ਮਨੁੱਖ ਦਾ ਮਨੋਵਿਗਿਆਨ ਹੈ। ਕਦੇ ਵੇਖਿਆ ਆਲੀਸ਼ਾਨ ਬੰਗਲਿਆਂ ਵਿੱਚ ਰਹਿਣ ਵਾਲੇ ਲੋਕ, ਬੇਸ਼ੁਮਾਰ ਕੀਮਤੀ ਕਾਰਾਂ ਦੇ ਮਾਲਕ, ਦੁਖੀ ਮਾਨਸਿਕਤਾ ਦੇ ਨਾਲ ਜ਼ਿੰਦਗੀ ਜਿਉਂਦੇ ਹਨ। ਮੈਂ ਤੁਹਾਨੂੰ ਇੱਕ ਰਾਏ ਦੇਣਾ, ਸੰਸਾਰ ਦੇ ਬਹੁਤ ਹੀ ਅਮੀਰ ਲੋਕ ਅਤੇ ਫੇਮਸ ਹਸਤੀਆਂ, ਜਿਨ੍ਹਾਂ ਨੂੰ ਅਸੀਂ ਸੈਲੀਬ੍ਰਿਟੀਜ਼ ਕਹਿੰਦੇ ਹਾਂ, ਸਟਾਰ ਕਹਿੰਦੇ ਹਾਂ, ਗੂਗਲ ਕਰਕੇ ਦੇਖਿਓ ਇਹਨਾਂ ਦੇ ਵਿੱਚੋਂ ਕਿੰਨੇ ਲੋਕ ਸੀ ਜਿਨ੍ਹਾਂ ਨੇ ਆਤਮ ਹੱਤਿਆਵਾਂ ਕੀਤੀਆਂ। ਇੰਨੀ ਦੌਲਤ ਔਰ ਸ਼ੋਹਰਤ ਹੋਣ ਦੇ ਬਾਵਜੂਦ ਜ਼ਿੰਦਗੀ ਸੁਖੀ ਨਹੀਂ। ਦੂਸਰਾ ਪੱਖ, ਤੁਸੀਂ ਇੱਕ ਬੱਚੇ ਨੂੰ ਅਕਾਰਨ ਖੁਸ਼ ਦੇਖੋਗੇ, ਬਿਨਾਂ ਕਿਸੇ ਕਾਰਨ। ਜਿਉਂ-ਜਿਉਂ ਬਚਪਨ ਤੋਂ ਅਸੀਂ ਵੱਡੇ ਹੁੰਦੇ ਹਾਂ, ਸਾਡਾ ਦੁਨੀਆ ਦੇ ਪ੍ਰਤੀ ਨਜ਼ਰੀਆ ਬਦਲ ਜਾਂਦਾ ਹੈ। ਦੋਸਤੋ, ਇੱਕ ਹੋਰ ਕਿਸਮ ਦਾ ਦੁੱਖ ਹੈ ਜਿਹਦੇ ਤੋਂ ਸਾਡੇ ਬਹੁਤ ਜ਼ਿਆਦਾ ਲੋਕ ਪੀੜਤ ਹੁੰਦੇ ਹਨ। ਉਹ ਦੁੱਖ ਹੈ ਕਿਸੇ ਵੀ ਪ੍ਰਕਾਰ ਦਾ ਕੰਪਲੈਕਸ ਸਰੀਰਕ ਹੋ ਸਕਦਾ, ਸਾਡੇ ਚਿਹਰੇ ਨਾਲ ਮੁਤੱਲਕ ਹੋ ਸਕਦਾ, ਸਾਡੇ ਰੰਗ ਰੂਪ ਨਾਲ ਮੁਤੱਲਕ ਹੋ ਸਕਦਾ। ਇਸ ਕੰਪਲੈਕਸ ਦੇ ਸੰਬੰਧ ਦੇ ਵਿੱਚ ਮੈਂ ਇੱਕ ਗੱਲ ਤੁਹਾਡੇ ਨਾਲ ਕਰਨੀ ਚਾਹੁੰਦਾ ਹਾਂ
ਜਿਹੜੀਆਂ ਚੀਜ਼ਾਂ ਬਦਲੀਆਂ ਜਾ ਸਕਦੀਆਂ ਹਨ ਉਹਨਾਂ ਦੇ ਪ੍ਰਤੀ ਅਵੇਅਰ ਹੋਵੋ, ਚੇਤਨ ਹੋਵੋ। ਕੋਸ਼ਿਸ਼ ਕਰੋ ਕਿ ਤੁਸੀਂ ਕਿੰਨਾ ਕੁ ਬਦਲਾਵ ਆਪਣੇ 'ਚ ਲੈ ਕੇ ਆ ਸਕਦੇ ਹੋ। ਜੋ ਚੀਜ਼ਾਂ ਦਾ ਕੰਪਲੈਕਸ ਅਸੀਂ ਰੱਖਦੇ ਹਾਂ ਤੇ ਜਿਹੜੀਆਂ ਚੀਜ਼ਾਂ ਦਾ ਬਦਲਾਅ ਸਾਡੇ ਹੱਥ ਵਿੱਚ ਨਹੀਂ, ਕਿ ਉਹਨਾਂ ਚੀਜ਼ਾਂ ਨੂੰ ਸਵੀਕਾਰ ਲਓ। ਆਪਣੇ ਆਪ ਨੂੰ ਪਿਆਰ ਕਰਨਾ ਸਿੱਖੋ। ਚੀਜ਼ਾਂ ਸਵੀਕਾਰਨ ਦੇ ਨਾਲ ਸਾਡਾ ਬਹੁਤ ਕੁਝ ਬਦਲ ਜਾਵੇਗਾ। ਦੋਸਤੋ, ਜੇ ਅਸੀਂ ਸਮੁੱਚੀ ਗੱਲ ਨੂੰ ਵਾਈਂਡ ਅਪ ਕਰਨਾ ਹੋਵੇ, ਸੁੱਖ ਅਤੇ ਦੁੱਖ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ। ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ, ਸੁੱਖ ਦੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ। ਹੁਣ ਇਹਦਾ ਮੈਕੈਨਿਜ਼ਮ ਕੀ ਹੈ? ਸੁੱਖ ਆਇਆ ਹੈ, ਅਸੀਂ ਇਹ ਸੋਚ ਲਈਏ ਕਿ ਹੁਣ ਦੁੱਖ ਨਾ ਆਵੇ। ਇਹ ਸੋਚਣਾ ਵੀ ਦੁੱਖ ਦਾ ਕਾਰਨ ਹੈ। ਦੁੱਖ ਆਇਆ ਹੈ, ਸੁੱਖ ਜ਼ਰੂਰ ਆਊਗਾ। ਇਹ ਬਦਲਾਵ ਆਦਿ ਕਾਲ ਤੋਂ ਚੱਲਦੇ ਆਏ ਆ, ਚੱਲ ਰਹੇ ਹਨ ਅਤੇ ਰਹਿੰਦੀ ਦੁਨੀਆ ਤੱਕ ਇਹ ਚੱਲਦੇ ਰਹਿਣਗੇ। ਅਸੀਂ ਦੁਖੀ ਕਦੋਂ ਹੁੰਦੇ ਆ? ਜਦੋਂ ਅਸੀਂ ਕਹਿੰਦੇ ਹਾਂ ਕਿ ਜੋ ਸਾਡੇ ਕੋਲ ਸੁੱਖ ਆਏ ਹਨ ਇਹ ਸਾਡੇ ਨਾਲ ਠਹਿਰ ਜਾਣ। ਸਾਡੇ ਸੁੱਖ ਦਾ ਕਾਰਨ ਸਾਡਾ ਅਜ਼ੀਜ਼, ਸਾਡਾ ਮਿੱਤਰ। ਅਸੀਂ ਆਪਣੀ ਖੁਸ਼ੀ ਦੇ ਲਈ ਉਹਦੇ ਤੇ ਨਿਰਭਰ ਹਾਂ। ਉਹ ਖੁਸ਼, ਅਸੀਂ ਖੁਸ਼। ਸਾਡੇ ਸੁੱਖ ਦੀ ਔਰ ਦੁੱਖ ਦੀ ਪਰਿਭਾਸ਼ਾ ਇਹ ਹੈ ਕਿ ਜੇ ਪਰਿਸਥਿਤੀਆਂ ਸਾਡੇ ਅਨੁਕੂਲ ਹਨ, ਅਸੀਂ ਸੁਖੀ। ਪਰਿਸਥਿਤੀਆਂ ਸਾਡੇ ਪ੍ਰਤੀਕੂਲ ਹਨ, ਅਸੀਂ ਦੁਖੀ। ਨਿਰਭਰ ਇਸ ਚੀਜ਼ ਉੱਤੇ ਕਰਦਾ ਹੈ ਕਿ ਅਸੀਂ ਪਰਿਸਥਿਤੀਆਂ ਨੂੰ ਦੇਖਣਾ ਕਿਸ ਰੂਪ ਦੇ ਵਿੱਚ ਹੈ। ਅਸੀਂ ਵਿਸ਼ਾਲ ਬ੍ਰਹਿਮੰਡ ਦਾ ਇੱਕ ਛੋਟਾ ਜਿਹਾ ਹਿੱਸਾ ਹਾਂ। ਪਰਿਸਥਿਤੀਆਂ ਨੂੰ ਅਸੀਂ ਬਦਲਣ ਵਿੱਚ ਤੁਰੇ ਹੋਏ ਹਾਂ। ਅਸੀਂ ਚਾਹੁੰਦੇ ਹਾਂ ਕਿ ਪਰਿਸਥਿਤੀਆਂ ਬਦਲ ਜਾਣ। ਦੋਸਤੋ, ਕਿਹੜੀ ਕਿਹੜੀ ਚੀਜ਼ ਬਦਲੀ ਜਾ ਸਕਦੀ ਹੈ? ਕਿੰਨੀਆਂ ਚੀਜ਼ਾਂ ਨੂੰ ਅਸੀਂ ਆਪਣੇ ਅਨੁਕੂਲ ਕਰਾਂਗੇ? ਜਿਨ੍ਹਾਂ ਨੂੰ ਅਸੀਂ ਅਨੁਕੂਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਵੀ ਉਸ ਬ੍ਰਹਿਮੰਡੀ ਫਲੋ ਦੇ ਵਿੱਚ ਨਿਰੰਤਰ ਚੱਲਦੀਆਂ ਹਨ। ਕੋਈ ਚੀਜ਼ ਰੁਕੀ ਹੋਈ ਨਹੀਂ। ਕਿਸੇ ਚੀਜ਼ ਨੂੰ ਫੜਨ ਦੀ ਕੋਸ਼ਿਸ਼ ਕਰਨੀ ਇਹ ਆਪਣੇ ਆਪ ਵਿੱਚ ਬਹੁਤ ਵੱਡਾ ਦੁੱਖ ਹੈ, ਕਿਉਂਕਿ ਅਸੀਂ ਬ੍ਰਹਿਮੰਡੀ ਨਿਯਮ ਦੇ ਉਲਟ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਿਕੰਦਰ ਮਹਾਨ ਅਸੀਂ ਸਾਰਿਆਂ ਨੇ ਪੜ੍ਹਿਆ ਹੈ ਅਤੇ ਸੁਣਿਆ ਵੀ ਹੈ। ਦੁਨੀਆ ਜਿੱਤਣ ਦੀ ਚੇਸ਼ਟਾ ਲੈ ਕੇ ਆਇਆ। ਕਿਹਾ ਜਾਂਦਾ ਕਿ ਮਰਨ ਉਪਰੰਤ ਉਹਨੇ ਕਿਹਾ ਕਿ ਮੇਰੇ ਹੱਥ ਮੇਰੀ ਕਬਰ ਤੋਂ ਬਾਹਰ ਰੱਖ ਦਿਓ, ਤਾਂ ਜੋ ਕਿ ਦੁਨੀਆ ਨੂੰ ਇਹ ਸਬਕ ਮਿਲ ਸਕੇ। ਮੈਂ ਬ੍ਰਹਿਮੰਡੀ ਨਿਯਮ ਦੇ ਉਲਟ ਚੱਲਣ ਦੀ ਕੋਸ਼ਿਸ਼ ਕੀਤੀ ਸੀ, ਭਰਪੂਰ ਕੋਸ਼ਿਸ਼ ਕਰਨ ਦੇ ਬਾਵਜੂਦ ਮੈਂ ਥੱਕ ਗਿਆ ਤੇ ਜਾਂਦੀ ਬਾਕੀ ਮੇਰੇ ਹੱਥ ਖਾਲੀ ਹਨ। ਮੈਂ ਇਸ ਗੱਲ ਨੂੰ ਵਾਈਂਡ ਅਪ ਕਰਨਾ ਚਾਹੁੰਦਾ। ਇੱਕ ਦੋ ਗੱਲਾਂ ਕਰਕੇ ਤਵੱਜੋ ਦਿਓ ਪਲੀਜ਼। ਜੋ ਵੀ ਸਾਡੀਆਂ ਪਰਿਸਥਿਤੀਆਂ ਹਨ ਉਹਨਾਂ ਨੂੰ ਸਭ ਤੋਂ ਪਹਿਲਾਂ ਸਵੀਕਾਰਨਾ ਸਿੱਖੋ। ਡਰ ਔਰ ਭੈ ਨਹੀਂ। ਆਪਣੇ ਫੈਸਲਿਆਂ ਦੇ ਲਈ ਦੂਸਰਿਆਂ ਉੱਤੇ ਮੁਹਤਾਜ਼ਗੀ ਨਾ ਰੱਖੋ। ਆਤਮ ਨਿਰਭਰ ਬਣਨ ਦੀ ਕੋਸ਼ਿਸ਼ ਕਰੋ। ਬਾਹਰਲਾ ਚੇਂਜ ਕਰਕੇ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਤੁਸੀਂ ਇੱਕ ਦਿਨ ਅਸਫਲ ਹੋ ਜਾਓਗੇ। ਪਰ ਜਿਹੜੇ ਪੈਰਾਮੀਟਰਸ ਦੂਜੇ ਹਨ, ਜਿਵੇਂ ਕਿ ਮੈਂ ਪਹਿਲਾਂ ਜ਼ਿਕਰ ਕੀਤਾ, ਜਾਂ ਤਾਂ ਬਾਹਰਲੀਆਂ ਸਾਰੀਆਂ ਪਰਿਸਥਿਤੀਆਂ ਨੂੰ ਆਪਣੇ ਅਨੁਕੂਲ ਕਰ ਲਵੋ, ਜਿਹਦਾ ਨਤੀਜਾ ਇਹ ਹੈ ਕਿ ਉਹ ਅਸੀਂ ਕਰ ਨਹੀਂ ਸਕਦੇ। ਇਹ ਨਿਯਮ ਦੇ ਉਲਟ ਹੈ। ਅੰਤ ਅਸੀਂ ਥੱਕ ਜਾਵਾਂਗੇ, ਕਿਉਂਕਿ ਵੱਡੇ ਵੱਡੇ ਜੋ ਲੋਕ ਜਿਨ੍ਹਾਂ ਨੇ ਇਹ ਕੋਸ਼ਿਸ਼ ਕੀਤੀ ਉਹ ਪੂਰੇ ਨਹੀਂ ਉਤਰ ਸਕੇ। ਦੂਜਾ ਪੱਖ ਕਿ ਇਹ ਕੋਸ਼ਿਸ਼ ਦੁਨੀਆ ਨੂੰ ਜਿੱਤਣ ਦੀ ਥਾਂ ਦੇ ਉੱਤੇ ਖੁਦ ਨੂੰ ਜਿੱਤ ਲਿਆ ਜਾਵੇ। ਇਹ ਕੋਸ਼ਿਸ਼ ਦੀ ਦਿਸ਼ਾ ਸਾਡੀ ਅੰਦਰੂਨੀ ਹੋਵੇ। ਸੰਸਾਰੀ ਵਿਅਕਤੀ ਹਰ ਪ੍ਰਕਾਰ ਦਾ ਸੁੱਖ ਲੈ ਕੇ ਵੀ ਦੁਖੀ ਹੈ, ਅਤੇ ਜਿਸ ਵੀ ਵਿਅਕਤੀ ਨੇ ਇਹ ਕੋਸ਼ਿਸ਼ ਆਪਣੇ ਅੰਦਰਲੇ ਉੱਤੇ ਕੀਤੀ ਹੈ, ਉਹ ਵਿਅਕਤੀ ਤਤੀ ਤਵੀ ਉੱਤੇ ਬੈਠ ਕੇ ਵੀ ਗੀਤ ਗਾਉਣ ਦੀ ਸਮਰੱਥਾ ਰੱਖਦਾ ਹੈ। ਸਾਡੇ ਦੁੱਖਾਂ ਦਾ ਕਾਰਨ ਸਾਡਾ ਸੰਸਾਰ ਪ੍ਰਤੀ ਨਜ਼ਰੀਆ ਹੈ। ਸਿਆਣੇ ਕਿਹਾ ਕਰਦੇ ਹਨ, ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ। ਆਓ ਦੋਸਤੋ, ਆਪਣੇ ਨਜ਼ਰੀਏ ਨੂੰ ਹੀ ਚੇਂਜ ਕਰ ਦਈਏ। ਨਜ਼ਰੀਆ ਬਦਲਣ ਦੇ ਨਾਲ ਅਸੀਂ ਪਾਵਾਂਗੇ ਕਿ ਸਾਰਾ ਸੰਸਾਰ ਸਾਡੇ ਲਈ ਬਦਲ ਗਿਆ।
ਆਓ ਦੁੱਖਾਂ ਨੂੰ ਦੁੱਖਾਂ ਦੇ ਸੰਦਰਭ ਵਿੱਚ ਸਮਝੀਏ, ਸੁੱਖਾਂ ਦੀ ਅਹਿਮੀਅਤ ਸਮਝੀਏ, ਇੱਕ ਸਥਿਰਤਾ ਵਾਲਾ ਜੀਵਨ ਬਿਤਾਉਣ ਦੇ ਲਈ 2 ਕਦਮ ਅੱਗੇ ਚੱਲੀਏ। ਬਹੁਤ ਬਹੁਤ ਧੰਨਵਾਦ।